ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੁਣ ਹਾਂਜੀ, ਹੁਣ ਸ਼ੁਰੂ ਕਰਨਗੇ ਤੁਹਾਡੇ ਨਾਲ ਮਲਕੀਤ ਸਿੰਘ ਜੀ। ਤੇ ਸਾਰੇ ਬੱਚਿਆਂ ਨੂੰ ਬੇਨਤੀ ਹੈ ਧਿਆਨ ਦੇ ਨਾਲ ਸੁਣਨਾ ਜੀ। ਤੇ ਜਿਹੜਾ ਵੀ ਇਸ ਨਾਲ ਕੋਈ ਵਿਚਾਰ ਸਾਂਝੀ ਕਰਨਾ ਚਾਹੁੰਦਾ ਹੋਇਆ ਉਹ ਆਪਣੇ ਹੈਂਡ ਰੇਜ਼ ਕਰਨਗੇ ਤੇ ਫਿਰ ਤੁਹਾਨੂੰ ਲਿਆ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ ਜੀ, ਆਪਾਂ ਅੱਜ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਵਿਚਾਰ ਕਰਾਂਗੇ ਜੀ। ਕਿਉਂਕਿ ਗੁਰੂ ਜੀ ਦਾ 400 ਸਾਲ ਪ੍ਰਕਾਸ਼ ਦਿਹਾੜਾ ਆ ਰਿਹਾ ਹੈ, ਆਪਾਂ ਵਿਚਾਰ ਕਰਨੀ ਹੈ। ਆਪਾਂ ਥੋੜੀ ਜਿਹੀ ਅੱਗੇ ਤੋਂ ਹੁਣ ਸਾਰੇ ਬੱਚਿਆਂ ਨੂੰ ਬੇਨਤੀ ਹੈ ਵੀ ਆਪਦੀ ਕੋਈ ਕਵਿਤਾ ਕਵਿਸ਼ਰੀ ਜਾਂ ਹੋਰ ਕੁਝ ਆਪਾਂ ਤਿਆਰ ਕਰਨਾ ਹੈ। ਤੇ ਵੱਧ ਤੋਂ ਵੱਧ ਆਪਾਂ ਅੱਗੇ ਕੁਝ ਬੱਚਿਆਂ ਨੂੰ ਸਮਾਂ ਨਹੀਂ ਮਿਲਿਆ, ਪਹਿਲਾਂ ਸਮਾਂ ਦਿੱਤਾ ਜਾਵੇ। ਵੱਧ ਤੋਂ ਵੱਧ ਬੱਚੇ ਆਪਣਾ ਡੇਲੀ ਨਾਮ ਨੋਟ ਕਰਨ। ਅੱਜ ਆਪਾਂ ਵਿਚਾਰ ਕਰਾਂਗੇ ਨਵੇਂ ਪਾਤਸ਼ਾਹ ਦੀ ਬਾਣੀ ਬਾਰੇ। ਇਹ ਤੁਹਾਨੂੰ ਵੀ ਬੇਨਤੀ ਹੈ ਕਿ ਅੱਗੇ ਤੋਂ ਤੁਸੀਂ ਸ਼ਬਦ ਵਿਚਾਰ ਵੀ ਆਪਾਂ ਸ਼ੁਰੂ ਕਰੀਏ। ਬੱਚੇ ਸਾਖੀਆਂ ਸੁਣਾਉਂਦੇ ਨੇ, ਕਵਿਤਾ ਵੀ ਸੁਣਾਉਂਦੇ ਨੇ, ਕਵਿਸ਼ਰੀ ਵੀ ਸੁਣਾਉਂਦੇ ਨੇ, ਕੁਝ ਬੱਚੇ ਹਾਰਮੋਨੀਅਮ ਵੀ ਜਾਣਦੇ ਨੇ। ਨਾਲ ਨਾਲ ਆਪਾਂ ਸ਼ਬਦ ਵਿਚਾਰ ਵੀ ਸ਼ੁਰੂ ਕਰਨੀ ਹੈ। ਹਾਂਜੀ, ਸ਼ਲੋਕ ਮਹੱਲਾ ਨੌਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਾਮੇ ਗੁਰੂ ਜੀ ਦੀ ਬਾਣੀ ਹੈ ਜੋ ਆਪਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਖੰਡ ਪਾਠ ਵੇਲੇ ਜਾਂ ਸਹਿਜ ਪਾਠ ਵੇਲੇ ਭੋਗ ਪੈਂਦੇ ਹਨ, ਉਦੋਂ ਇਹ ਸ਼ਲੋਕ ਪੜ੍ਹੇ ਜਾਂਦੇ ਹਨ। ਤੇ ਗੁਰੂ ਸਾਹਿਬ ਨੇ ਸ਼ੁਰੂ ਕੀਤਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਕਿਉਂਕਿ ਦੇਖੋ ਪਰਮਾਤਮਾ ਦੇ ਨਾਮ ਬਹੁਤ ਨੇ ਪਰ ਪਰਮਾਤਮਾ ਹੈ ਇੱਕ। ਇਹ ਗੱਲ ਆਪਾਂ ਨੂੰ ਧਿਆਨ ਰੱਖਣੀ ਚਾਹੀਦੀ ਹੈ। ਜੇ ਆਪਾਂ ਕਿਸੇ ਵੀ ਧਰਮ ਨੂੰ ਬਿਲੋਂਗ ਕਰਦੇ ਹਾਂ ਤਾਂ ਅਸੀਂ ਇੱਕ ਪਰਮਾਤਮਾ ਦੇ ਨਾਮ ਤੇ ਲੜਾਈ ਝਗੜਾ ਨਹੀਂ ਕਰਾਂਗੇ। ਕਿਉਂਕਿ ਦੇਖੋ ਬਹੁਤ ਜਿਹੜੀਆਂ ਲੜਾਈਆਂ ਪੈਂਦੀਆਂ ਧਰਮ ਦੇ ਨਾਂ ਤੇ, ਬਹੁਤ ਭਿਆਨਕ ਲੜਾਈਆਂ ਪੈਂਦੀਆਂ। ਉਹ ਕੁਝ ਲੋਕ ਤਾਂ ਦੇਖੋ ਆਪਾਂ ਦੇਖਦੇ ਹਾਂ ਵੋਟਾਂ ਕਰਕੇ ਵੀ ਲੜਦੇ ਨੇ, ਪਰ ਕੁਝ ਆਮ ਲੋਕ ਜਿਹੜੇ ਹੁੰਦੇ ਨੇ ਉਹ ਅਣਜਾਣਪਣੇ ਵਿੱਚ, ਕਿਉਂਕਿ ਉਹਨਾਂ ਨੂੰ ਧਰਮ ਦਾ ਪੂਰਾ ਗਿਆਨ ਨਹੀਂ ਹੁੰਦਾ। ਇਸ ਕਰਕੇ ਵੀ ਪਰਮਾਤਮਾ ਹੈ ਇੱਕ, ਨਾਮ ਵੱਖੋ ਵੱਖਰੇ ਹਨ। ਅਸੀਂ ਇੱਕ ਪਰਮਾਤਮਾ ਦੀ ਗੱਲ ਕਰੀਏ ਕਿ ਇੱਕ ਹੈ ਓੰਕਾਰ। ਓੰਕਾਰ ਦਾ ਮਤਲਬ ਹੈ ਕਿ ਪਰਮਾਤਮਾ ਜੋ ਇੱਕ ਸ਼ਕਤੀ ਹੈ, ਸਰਬ ਵਿਆਪਕ ਹੈ। ਹਰ ਜੀਵ ਵਿੱਚ, ਹਰ ਮਨੁੱਖ ਮਾਤਰ ਵਿੱਚ, ਹਰ ਬਨਸਪਤੀ ਵਿੱਚ ਉਹ ਵਿਆਪਕ ਹੈ। ਜੇਤਾ ਕੀਤਾ ਕੇਤਾ ਨਾਉ। ਅਤੇ ਗੁਰੂ ਸਾਹਿਬ ਕਹਿੰਦੇ ਸਤਿਗੁਰ ਪ੍ਰਸਾਦ। ਉਹ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਭਾਵ ਜੋ ਪਰਮਾਤਮਾ ਦਾ ਗਿਆਨ ਹੈ, ਅਸਲ ਵਿੱਚ ਜੋ ਗਿਆਨ ਵੀ ਪਰਮਾਤਮਾ ਹੀ ਹੈ। ਪਰਮਾਤਮਾ ਆਪਣਾ ਗਿਆਨ ਆਪ ਹੀ ਕਰਾਉਂਦਾ ਹੈ। ਗੁਰੂ ਸਾਹਿਬਾਨਾਂ ਵਿੱਚ ਪਰਮਾਤਮਾ ਪ੍ਰਗਟ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ ਤੇ ਫਿਰ ਉਹਨਾਂ ਨੇ ਆਪਣੀ ਜੋ ਪਰਮਾਤਮਾ ਦਾ ਸਿਧਾਂਤ ਸੀ ਉਹ ਗੁਰੂ ਸਾਹਿਬਾਨਾਂ ਦੇ ਵਿੱਚ ਬੈਠ ਕੇ ਉਹਨਾਂ ਦੀ ਰਚਨਾ ਤੇ ਉਚਾਰਨ ਕਰਕੇ ਆਪਾਂ ਨੂੰ ਪ੍ਰਗਟ ਕਰਕੇ ਦਿੱਤਾ। ਜੋ ਗੁਰੂ ਸਾਹਿਬ ਆਪਾਂ ਨੂੰ ਦੱਸਦੇ ਹਨ ਉਸ ਅਨੁਸਾਰ ਚੱਲਾਂਗੇ ਤਾਂ ਆਪਾਂ ਨੂੰ ਸੋਝੀ ਆਉਂਦੀ ਹੈ। ਹੁਣ ਗੁਰੂ ਸਾਹਿਬ ਸੁਣਾਉਂਦੇ ਆਪਾਂ ਨੂੰ, ਗੌਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ। ਪਰਮਾਤਮਾ ਦੇ ਗੁਣ ਨਹੀਂ ਗਾਏ, ਗੁਣ ਨਹੀਂ ਗਾਏ, ਉਹਨਾਂ ਦਾ ਸੰਸਾਰ ਤੇ ਆਉਣਾ ਵਿਅਰਥ ਹੈ। ਗੁਰੂ ਸਾਹਿਬ ਕਹਿੰਦੇ ਵੀ ਕਿਉਂ ਆਏ? ਗੁਰੂ ਸਾਹਿਬ ਦੱਸਣ ਦਾ ਮਤਲਬ ਇਹ ਵੀ ਕਿਉਂ ਆਏ
ਸੰਸਾਰ ਦੇ ਆਉਣ ਦਾ ਮਤਲਬ ਸੀ ਪਰਮਾਤਮਾ ਦਾ ਨਾਮ ਜਪਣਾ। ਆਇਓ ਸੁਣ ਪੜਨ ਕੋ ਬਾਣੀ, ਪਰ ਉਹ ਕੰਮ ਕੀਤੇ ਨਹੀਂ। ਤਾਂ ਫਿਰ ਸੰਸਾਰ ਤੇ ਗੁਰੂ ਸਾਹਿਬ ਪੁੱਛਦੇ ਨੇ ਵੀ ਜਨਮ ਤਾਂ ਲਿਆ, ਤੇਰਾ ਫਿਰ ਐਵੇਂ ਹੀ ਚਲਾ ਗਿਆ। ਜਿਵੇਂ ਸਕੂਲ ਵਿੱਚ ਬੱਚੇ ਜਾਂਦੇ ਨੇ, ਸਕੂਲ ਵਿੱਚ ਜੇ ਜਾ ਕੇ ਪੜ੍ਹਾਈ ਨਾ ਕਰਨ, ਆਪਾਂ ਦੇਖਦੇ ਹਾਂ ਵੈਸੇ ਹੁਣ ਤਾਂ ਚਲੋ ਲੋਕਡਾਊਨ ਹੈ, ਆਪਾਂ ਬੱਸ ਸਟੈਂਡ ਤੇ ਦੇਖਦੇ ਬਹੁਤ ਭੀੜ ਹੁੰਦੀ ਹੈ। ਬਹੁਤ ਬੱਚੇ ਨੇ ਜੋ ਸਕੂਲਾਂ ਕਾਲਜਾਂ ਵਿੱਚ ਜਾਣ ਵਾਲੇ ਹੁੰਦੇ ਹਨ। ਨਾਲ ਆਪ ਨੂੰ ਇਹ ਵੀ ਸ਼ਿਕਾਇਤ ਹੁੰਦੀ ਹੈ ਕਿ ਬੱਚੇ ਪੜ੍ਹਾਈਆਂ ਨਹੀਂ ਕਰਦੇ, ਫਿਰ ਕੀ ਕਰਨ ਜਾਂਦੇ ਹਨ। ਉਹੀ ਜਿਵੇਂ ਗੁਰੂ ਸਾਹਿਬ ਦੱਸਦੇ ਨੇ ਵੀ ਕੀ ਫਾਇਦਾ ਫਿਰ। ਇਸ ਤਰ੍ਹਾਂ ਵੀ ਆਮ ਕਈ ਲੋਕ ਗੱਲਾਂ ਕਰਦੇ ਹੁੰਦੇ ਆ ਉਸ ਸਮੇਂ ਵੀ ਬੜੇ ਮੁੰਡੇ ਪੜ੍ਹਨ ਜਾਂਦੇ ਨੇ ਪਰ ਪੜ੍ਹ ਕੇ ਆਉਂਦੇ ਨਹੀਂ। ਹਾਲਾਂਕਿ ਘਰੇ ਜਾ ਕੇ ਘਰੇ ਕਹਿੰਦੇ ਨੇ ਵੀ ਅਸੀਂ ਪੜ੍ਹਨ ਚੱਲੇ ਹਾਂ, ਅਸੀਂ ਪੜ੍ਹਨ ਚੱਲੇ ਹਾਂ, ਪਰ ਪੜ੍ਹ ਕੇ ਆਉਂਦੇ ਨਹੀਂ। ਇਸ ਤਰ੍ਹਾਂ ਸੰਸਾਰ ਦੇ ਆਏ ਹਾਂ, ਦੇਖੋ ਕਥਾ ਚੀਜ਼ ਹੁੰਦਾ ਹੈ, ਸੰਗਤ ਬਹੁਤ ਜ਼ਿਆਦਾ ਘੱਟ ਹੁੰਦੀ ਹੈ, ਪਰ ਜਦੋਂ ਪ੍ਰਸ਼ਾਦ ਵਰਤਣ ਵਾਲਾ ਹੁੰਦਾ ਹੈ ਉਦੋਂ ਬਹੁਤ ਸੰਗਤ ਆ ਜਾਂਦੀ ਹੈ। ਇਹ ਗੁਰੂ ਕੇ ਲੰਗਰ ਵਿੱਚ ਤਾਂ ਬਹੁਤ ਸੰਗਤ ਹੁੰਦੀ ਹੈ। ਭਾਵ ਪ੍ਰਸ਼ਾਦੇ ਦੀ ਭੁੱਖ ਹਰੇਕ ਨੂੰ ਲੱਗਦੀ ਹੈ ਕਿ ਲੰਗਰ ਵਿੱਚ ਜਾਓ, ਪ੍ਰਸ਼ਾਦਾ ਛਕ ਕੇ ਜਾਓ, ਚਾਹ ਪਾਣੀ ਛਕ ਕੇ ਜਾਓ। ਸਾਰੇ ਲੋਕ ਛਕ ਕੇ ਹੀ ਜਾਂਦੇ ਹਨ। ਪਰ ਇੱਥੇ ਗੁਰੂ ਸਾਹਿਬ ਨੇ ਨਾਲ ਗੱਲ ਕਰੀ ਹੈ ਪ੍ਰਮਾਤਮਾ ਦੇ ਗੁਣ ਗਾਉਣ ਦੀ। ਪ੍ਰਮਾਤਮਾ ਦੇ ਗੁਣ ਗਾਉਣੇ ਹਨ। ਜਦੋਂ ਆਪਾਂ ਗੁਣਾਂ ਦੀ ਗੱਲ ਕਰਦੇ ਹਾਂ, ਗੁਣ ਗਾਉਣ ਦੀ, ਤਾਂ ਗੁਰੂ ਸਾਹਿਬ ਦੱਸਦੇ ਨੇ ਆਪਾਂ ਨੂੰ ਵੀ 3 ਕੁ ਤਰੀਕੇ ਹਨ ਲਗਭਗ ਪਰਮਾਤਮਾ ਨਾਮ ਜਪਣ ਦੇ। ਜਿਵੇਂ ਪੜ੍ਹਦੇ ਹਾਂ ਆਪਾਂ ਅੰਮ੍ਰਿਤ ਵੇਲਾ, ਸੱਚ ਨਾਉ, ਵਡਿਆਈ ਵਿਚਾਰ। ਨਾਮ ਹੈ ਆਪ ਨੂੰ ਹਮੇਸ਼ਾ ਯਾਦ ਰੱਖੋ। ਦੂਜਾ ਵਡਿਆਈ ਹੈ, ਸਭ ਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਆਪਾਂ ਸੰਸਾਰ ਤੇ ਆਏ ਬਾਣੀ ਪੜ੍ਹਨ ਵਾਸਤੇ, ਗੁਰੂ ਸਾਹਿਬ ਸੰਸਾਰ ਤੇ ਆਏ ਆਪਾਂ ਨੂੰ ਬਾਣੀ ਦੇਣ ਵਾਸਤੇ ਆਏ ਸੀ। ਬਾਣੀ ਦੇ ਕੇ ਚਲੇ ਗਏ। ਜੋ ਗੁਰਬਾਣੀ ਕਹਿੰਦੀ ਹੈ ਉਹ ਸਭ ਕੁਝ ਆਪਾਂ ਨੂੰ ਕਰਕੇ ਦਿਖਾਇਆ। ਵਡਿਆਈ ਜੋ ਗੁਰੂ ਸਾਹਿਬ ਨੇ ਬਾਣੀ ਦਿੱਤੀ ਹੈ ਉਹਨੂੰ ਪੜ੍ਹਨੀ ਹੈ। ਵਿਚਾਰ ਕਿ ਅਗਲਾ ਹੈ ਬਾਣੀ ਵਿਚਾਰਨੀ ਹੈ। ਜੇ ਬਾਣੀ ਵਿਚਾਰਾਂਗੇ ਉਹਦੇ ਨਾਲ ਕੀ ਹੁੰਦਾ ਹੈ, ਗੁਰੂ ਸਾਹਿਬ ਕਹਿੰਦੇ ਨੇ ਗੁਰ ਕੀ ਸੇਵਾ ਸ਼ਬਦ ਵਿਚਾਰ। ਗੁਰੂ ਦੀ ਸੇਵਾ ਸ਼ਬਦ ਕਰਨੀ ਹੈ। ਗੁਰ ਕੀ ਸੇਵਾ ਵਿਚਾਰ ਹਉਮੈ ਕਰਨੀ ਸਾਰ। ਆਪਣੀ ਜੋ ਹਉਮੈ ਹੈ ਇਹ ਖਤਮ ਹੁੰਦੀ ਹੈ। ਹਉਮੈ ਕੀ ਹੈ ਜੀ? ਜੋ ਆਪਾਂ ਨੂੰ ਪਰਮਾਤਮਾ ਤੋਂ ਵੱਖ ਕਰਦੀ ਹੈ ਕਿ ਪਰਮਾਤਮਾ ਕੁਝ ਹੋਰ ਹੈ, ਸਾਡੀ ਸ਼ਕਤੀ ਅਲੱਗ ਹੈ। ਭਾਵ ਅਸੀਂ ਪਰਮਾਤਮਾ ਦੇ ਨਾਲ ਜੁੜ ਕੇ ਚੱਲਣਾ ਹੈ। ਜਿਵੇਂ ਆਪਣੇ ਪੱਖੇ ਨੇ, ਬਿਜਲੀ ਦੇ ਬਲਬ ਨੇ, ਇਹ ਬਿਜਲੀ ਘਰ ਜੋ ਹੁੰਦਾ ਜਿੱਥੋਂ ਬਿਜਲੀ ਆਉਂਦੀ ਹੈ, ਬਣਦੀ ਹੈ, ਉਹਨਾਂ ਜੁੜ ਕੇ ਚੱਲਦੇ ਨੇ ਤਾਂ ਰੋਸ਼ਨੀ ਦੇ ਸਕਦੇ ਨੇ। ਹਾਂਜੀ, ਵਿਚਾਰ ਸਮਝ ਕੇ ਆਪਣੀ ਹਉਮੈ ਖਤਮ ਹੁੰਦੀ ਹੈ ਤੇ ਅਸੀਂ ਜੀਵਨ ਆਪਣਾ ਵਿਚਾਰ ਅਨੁਸਾਰ ਬਣਾਉਣਾ ਹੈ। ਹਾਂਜੀ, ਫਿਰ ਨਾਮ ਕਿਵੇਂ ਜਪਣਾ ਹੈ? ਗੁਰੂ ਸਾਹਿਬ ਕਹਿੰਦੇ ਨੇ ਆਪਾਂ ਨੂੰ, ਕਹੋ ਨਾਨਕ ਹਾਰ ਭਜ ਮਨਾ। ਇਹ ਮਨਾ ਪਰਮਾਤਮਾ ਨੂੰ ਯਾਦ ਕਰ। ਕਿਵੇਂ? ਜੇ ਬਦ ਜਲ ਕੋ ਪੀਨ। ਜਿਵੇਂ ਜਿਹੜੀ ਮੱਛੀ ਹੈ ਇਹ ਪਾਣੀ ਵਿੱਚ ਹੀ ਰਹਿੰਦੀ ਹੈ, ਉਹਦਾ ਜੀਵਨ ਪਾਣੀ ਹੈ। ਬੱਚੇ ਇੱਕ पढ़ते होंगे कविता, मछली जल की रानी है, जीवन उसका पानी है, हाथ लगाओ डर जाएगी, बाहर निकालो मर जाएगी। ਉਹਦਾ ਜੀਵਨ ਪਾਣੀ ਹੈ, ਜੇ ਬਾਹਰ ਕੱਢਾਂਗੇ ਮਰ ਜਾਂਦੀ ਹੈ। ਪਰ ਕਈ ਵਾਰੀ ਪਤਾ ਨਹੀਂ ਹੁੰਦਾ ਆਪਾਂ ਨੂੰ
ਤੁਹਾਨੂੰ ਇੱਕ ਥੋੜੀ ਜਿਹੀ ਕਹਾਣੀ ਸੁਣਾਉਣੀ ਆ ਆਪਾਂ ਕਿ ਮੱਛੀ ਦਾ ਜੀਵਨ ਪਾਣੀ ਕਿਵੇਂ ਹੈ। ਮੱਛੀ ਪਾਣੀ ਦੇ ਵਿੱਚ ਗੋਤੇ ਖਾ ਰਹੀ ਸੀ, ਆਪਣੇ ਆਨੰਦ ਲੈ ਰਹੀ ਸੀ, ਡੁਬਕੀਆਂ ਲਗਾ ਰਹੀ ਸੀ। ਹੁਣ ਕਿਸੇ ਨੂੰ ਨਹੀਂ ਪਤਾ ਸੀ, ਉਹਨੇ ਦੇਖਿਆ ਕਿ ਮੱਛੀ ਪਾਣੀ ਵਿੱਚ ਫਿਰਦੀ ਹੈ, ਉਹ ਪਤਲੇ ਹੋ ਰਹੀ ਹੈ। ਉਹਨੇ ਕੀ ਸਮਝਿਆ ਕਿ ਮੱਛੀ ਪਾਣੀ ਵਿੱਚ ਡੁੱਬ ਰਹੀ ਹੈ, ਤਾਂ ਉਹਨੇ ਛਾਲ ਮਾਰੀ, ਭੱਜ ਕੇ ਮੱਛੀ ਨੂੰ ਬਾਹਰ ਕੱਢਿਆ। ਬਾਹਰ ਮੱਛੀ ਜਦੋਂ ਕੱਢਿਆ ਤਾਂ ਉਹਨੇ ਦੇਖਿਆ ਵੀ ਮੱਛੀ ਮਰ ਗਈ। ਉਹ ਸੋਚਦਾ ਵੀ ਦੇਖੋ ਚਲੋ ਵਿਚਾਰੀ ਮੱਛੀ ਨੇ ਮਰਨਾ ਸੀ, ਮੈਂ ਤਾਂ ਬਹੁਤ ਕੋਸ਼ਿਸ਼ ਕੀਤੀ ਕਿ ਮੱਛੀ ਨੂੰ ਬਾਹਰ ਕੱਢ ਕੇ ਬਚਾ ਲਵਾਂ, ਪਰ ਵਿਚਾਰੀ ਮਰ ਗਈ। ਉਹਨੂੰ ਪਤਾ ਨਹੀਂ ਸੀ ਵੀ ਜਿਹੜਾ ਜੀਵਨ ਹੈ ਮੱਛੀ ਦਾ ਉਹ ਪਾਣੀ ਹੈ। ਕਈ ਵਾਰ ਆਪਾਂ ਦੇਖਦੇ ਹਾਂ ਵੀ ਜਿਹੜੇ ਬੱਚੇ ਕੁਝ ਕੁ ਗੁਰਬਾਣੀ ਪੜ੍ਹਨ ਲੱਗ ਜਾਂਦੇ ਹਨ, ਗੁਰੂ ਵਾਲੇ ਰਾਹ ਤੇ ਚੱਲਦੇ ਹਨ, ਉਹਨਾਂ ਦੇ ਮਾਤਾ ਪਿਤਾ ਜਾਂ ਉਹਨਾਂ ਦੇ ਟੀਚਰ ਕੀ ਕਹਿੰਦੇ ਹਨ, ਬਹੁਤ ਬੋਝ ਹੈ ਬੱਚਿਆਂ ਤੇ ਪੜ੍ਹਾਈ ਦਾ, ਬੱਚੇ ਗੁਰਬਾਣੀ ਪੜ੍ਹਨਗੇ ਤਾਂ ਵਿਚਾਰੇ ਪੜ੍ਹਾਈ ਕਿਵੇਂ ਕਰਨਗੇ। ਪਰ ਉਹਨਾਂ ਨੂੰ ਕੀ ਲੱਗਦਾ ਵੀ ਗੁਰਬਾਣੀ ਤੋਂ ਦੂਰ ਕਰੋ। ਆਖਾਂ ਜੀਵਾਂ ਵਿਸਰੈ ਹਰਿ ਜਾਉ। ਜਦੋਂ ਸਿੱਖ, ਗੁਰੂ ਦਾ ਸਿੱਖ ਗੁਰੂ ਤੋਂ ਦੂਰ ਹੁੰਦਾ ਹੈ, ਉਹ ਮਰ ਜਾਂਦਾ ਹੈ। ਹਰ ਵਿਸਰਤ ਤੇਰੇ ਗੁਣ ਗਲਿਆ। ਜਿਹੜੇ ਆਪਣੇ ਗੁਣ ਨੇ ਉਹ ਘਟਣੇ ਸ਼ੁਰੂ ਹੋ ਜਾਂਦੇ ਨੇ, ਭਾਵ ਹੌਲੀ ਹੌਲੀ ਖਤਮ ਹੋ ਜਾਂਦੇ ਨੇ। ਤਾਂ ਹੀ ਇਸ ਕਰਕੇ ਵੀ ਜਿਹੜੇ ਲੋਕ ਗੁਰਬਾਣੀ ਛੱਡ ਜਾਂਦੇ ਹਨ, ਨਸ਼ਿਆਂ ਵਿੱਚ ਪੈ ਜਾਂਦੇ ਹਨ, ਆਪਣੇ ਕੇਸ ਵੀ ਕਟਾ ਦਿੰਦੇ ਹਨ, ਤੇ ਫਿਰ ਉਹਨਾਂ ਦਾ ਜੀਵਨ ਹੌਲੀ ਹੌਲੀ ਬਰਬਾਦ ਹੋ ਜਾਂਦਾ ਹੈ। ਇਸ ਤਰ੍ਹਾਂ ਗੁਰੂ ਸਾਹਿਬ ਨੇ ਆਖਿਆ ਵੀ ਜਿਹੜਾ ਸਿੱਖ ਦਾ ਜੀਵਨ ਗੁਰਬਾਣੀ ਹੈ, ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ। ਹੁਣ ਅਗਲਾ ਆਪਣਾ ਜੋ ਸੈਸ਼ਨ ਹੈ ਮੈਡਮ ਸਤਿੰਦਰ ਕੌਰ ਜੀ ਰਹਿਣਗੇ ਜੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਆਪਣੇ ਦੋ ਹੈਂਡ ਰੇਜ਼ ਨੇ ਜੀ, ਪਹਿਲਾਂ ਆਪਾਂ ਉਹ ਬੱਚਿਆਂ ਨੂੰ ਮੌਕਾ ਦਿੰਨੇ ਆ। ਅਵਨੀਤ ਕੌਰ, ਆਵਾਜ਼ ਨਹੀਂ ਆ ਰਹੀ ਬੇਟਾ। ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੇਟਾ ਜੀ ਬੋਲੋ। ਜਿਸ ਪਿਆਰੇ ਸੋ ਨੇ ਤਿਸ ਆਗਿਆ ਮਰ ਚੱਲੀ ਹੈ। ਇੱਕ ਵਾਰ ਗੁਰੂ ਨਾਨਕ ਸਾਹਿਬ ਜੀ ਜਦੋਂ ਸਿੱਖ ਸੰਗਤਾਂ ਨਾਲ ਜਾ ਰਹੇ ਸਨ ਤਾਂ ਸੰਗਤਾਂ ਦੀ ਪ੍ਰੀਖਿਆ ਲੈਣ ਲਈ ਉਹਨਾਂ ਨੇ ਰਸਤੇ ਵਿੱਚ ਪਹਿਲਾਂ ਤਾਂਬੇ ਦੇ, ਚਾਂਦੀ ਦੇ ਤੇ ਫਿਰ ਸੋਨੇ ਦੇ ਸਿੱਕੇ ਸੁੱਟੇ। ਕੋਈ ਤਾਂਬੇ ਦੇ, ਕੋਈ ਚਾਂਦੀ ਤੇ ਕੋਈ ਸੋਨੇ ਦੇ ਸਿੱਕੇ ਚੁੱਕ ਕੇ ਗੁਰੂ ਜੀ ਦਾ ਸਾਥ ਛੱਡ ਕੇ ਆਪਣੇ ਆਪਣੇ ਘਰੀ ਮੁੜ ਗਏ। ਪਰ ਭਾਈ ਲਹਿਣਾ ਜੀ ਇਕੱਲੇ ਹੀ ਉਹ ਸਿੱਖ ਸਨ ਜਿਹੜੇ ਗੁਰੂ ਸਾਹਿਬ ਨਾਲ ਆਖਿਰ ਤੱਕ ਚੱਲਦੇ ਰਹੇ ਤੇ ਗੁਰੂ ਨਾਨਕ ਦੇ ਸਰੀਰ ਦਾ ਅੰਗ ਬਣ ਗਏ। ਅਸੀਂ ਵੀ ਭਾਈ ਲਹਿਣਾ ਜੀ ਦੇ ਜੀਵਨ ਤੋਂ ਸੇਧ ਲਈਏ, ਦਾਤਾ ਨਾਲ ਨਾ ਜੁੜ ਕੇ, ਮਟੀਰੀਅਲਿਸਟਿਕ ਨਾ ਹੋ ਕੇ ਉਸ ਕਰਤੇ ਦਾਤਾਰ ਨਾਲ ਜੁੜੀਏ ਤੇ ਭਾਈ ਲਹਿਣਾ ਜੀ ਵਾਂਗ ਉਸ ਪਿਆਰੇ ਨਾਲ ਇੰਨਾ ਪਿਆਰ ਕਰੀਏ ਕਿ ਉਸ ਪਿਆਰੇ ਅੱਗੇ ਸੰਸਾਰ ਦੀ ਹਰ ਚੀਜ਼ ਫਿੱਕੀ ਲੱਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਬਹੁਤ ਵਧੀਆ ਬੇਟੀ ਨੇ ਦੱਸਿਆ, ਜਿਸ ਪਿਆਰੇ ਸੁਨੇਹੇ ਇਸ ਆਗੇ ਮਰ ਚੱਲੀ ਹੈ, ਹਨਾ, ਕਿ ਗੁਰੂ ਅੰਗਦ ਸਾਹਿਬ ਜੀ ਭਾਈ ਲਹਿਣਾ ਜੀ ਦੇ ਰੂਪ ਵਿੱਚ ਇੰਨਾ ਪਿਆਰ ਕੀਤਾ ਕਿ ਗੁਰੂ ਦਾ ਅੰਗ ਬਣ ਗਏ। ਠੀਕ ਹੈ। ਹਾਂਜੀ, ਆਪਾਂ ਹੁਣ ਥੋੜੀ ਜਿਹੀ ਏਦਾਂ ਵਿਚਾਰ ਕਰਾਂਗੇ ਕਿ ਅਸੀਂ ਇਉਂ ਸਮਝੀਏ ਕਿ ਸਾਨੂੰ ਕੁਝ ਵੀ ਗਿਆਨ ਨਹੀਂ ਹੈ, ਤਾਂ ਸਾਨੂੰ ਗਿਆਨ ਲੈਣ ਦੇ ਲਈ ਅਰਦਾਸ, ਬੇਨਤੀ, ਜੋਦੜੀ ਕਰਨਾ, ਸੰਗਤ ਵਿੱਚ ਜਾਣਾ, ਤੇ ਕਿੱਥੋਂ ਗਿਆਨ ਲੈਣਾ? ਕਿਉਂਕਿ ਗਿਆਨ ਜਿਹੜਾ ਉਹ ਬਹੁਤ ਤਰ੍ਹਾਂ ਤਰ੍ਹਾਂ ਦਾ ਹੁੰਦਾ, ਤਰ੍ਹਾਂ ਤਰ੍ਹਾਂ ਦਾ ਭਾਵ ਕੋਈ ਕਿਸ ਤਰ੍ਹਾਂ ਦਾ ਗਿਆਨ ਦਿੰਦਾ, ਕੋਈ ਕਿਸ ਤਰ੍ਹਾਂ ਦਾ। ਜਿਹੜੇ ਪਾਸੇ ਜਿਹਦੇ ਕੋਲੇ ਆਪਾਂ ਜਾਵਾਂਗੇ ਉਹ ਆਪਣੀ ਆਪਣੀ ਤਰ੍ਹਾਂ, ਆਪਣੇ ਆਪਣੇ ਤਰੀਕੇ ਦੇ ਨਾਲ ਗਿਆਨ ਦਿੰਦੇ ਆ। ਪਰ ਜੇ ਸੱਚਾ ਗਿਆਨ ਲੈਣਾ ਹੈ ਤੇ ਉਹ ਸਿਰਫ ਗੁਰੂ ਤੋਂ ਲੈਣਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਸਿਰਫ ਗੁਰੂ ਤੋਂ ਗਿਆਨ ਲੈਣਾ ਤੇ ਆਪਣੀ ਅਗਿਆਨਤਾ ਨੂੰ ਮਿਟਾਉਣਾ ਹੈ। ਤੇ ਕੀ ਗੁਰੂ ਸਾਹਿਬ ਨੂੰ ਕਿੰਨਾ ਕੁ ਟਾਈਮ ਲੱਗਦਾ ਹੈ ਕਿ ਸਾਡੇ ਔਗਣ ਕੱਢ ਕੇ ਸਾਨੂੰ ਗੁਣਾਂ ਵਾਲੇ ਬਣਾ ਦੇਵੇ? ਕਿੰਨਾ ਕੁ ਟਾਈਮ ਲੱਗਦਾ ਜੀ? ਪਤਾ ਕਿਸੇ ਬੱਚੇ ਨੂੰ?
ਕਿ ਕਿੰਨਾ ਕੁ ਟਾਈਮ ਲੱਗਦਾ ਹੈ ਗੁਰੂ ਸਾਹਿਬ ਨੂੰ ਸਾਡੇ ਔਗਣ ਖਤਮ ਕਰਦੇ ਆ, ਸਾਡੇ ਅੰਦਰ ਗੁਣ ਭਰਦੇ ਆ? ਨਹੀਂ ਪਤਾ ਹਨਾ, ਚੈਟ ਨਹੀਂ ਕੀਤੀ ਕਿਸੇ ਨੇ। ਤੇ ਚਲੋ ਆਪਾਂ ਥੋੜਾ ਸਮਾਂ ਲਿਖਿਆ, ਹਾਂਜੀ ਥੋੜਾ ਸਮਾਂ, ਤੇ ਥੋੜਾ ਸਮਾਂ ਭਾਵ ਸਾਡਾ ਨਾ ਨਿਤਨੇਮ, ਪਹਿਲਾਂ ਪੁਰਾਤਨ ਸਿੱਖਾਂ ਦਾ ਨਿਤਨੇਮ ਹੁੰਦਾ ਸੀ ਆਸਾ ਦੀ ਵਾਰ, ਨਿਤਨੇਮ ਦੇ ਵਿੱਚ ਸ਼ਾਮਲ ਹੁੰਦੀ ਸੀ ਇਹ ਬਾਣੀ। ਤੇ ਗੁਰੂ ਸਾਹਿਬ ਨੇ ਉਸ ਆਸਾ ਦੀ ਵਾਰ ਦੇ ਵਿੱਚ ਸ਼ੁਰੂਆਤ ਦੇ ਵਿੱਚ ਲਿਖਿਆ ਨਾ, ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਭਾਵ ਥੋੜੇ ਜੇ ਸਮਾਂ ਕੁਝ ਵੀ ਨਹੀਂ ਲੱਗਦਾ, ਸਮਝੋ ਕਿ ਗੁਰੂ ਦੀ ਕਿਰਪਾ ਦ੍ਰਿਸ਼ਟੀ ਆ। ਜਦੋਂ ਆਪਾਂ ਗੁਰੂ ਦੀ ਸ਼ਰਨ ਵਿੱਚ ਜਾਣ, ਸਾਡੇ ਵਿੱਚ ਦੇਰੀ ਆ, ਆਪਣੇ ਵਿੱਚ ਦੇਰੀ ਹੈ ਕਿ ਅਸੀਂ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ। ਜਦ ਤੱਕ ਗੁਰੂ ਦੀ ਸ਼ਰਨ ਵਿੱਚ ਨਹੀਂ ਜਾਂਦੇ ਉਨੀ ਦੇਰ ਸਮਾਂ ਲੱਗਦਾ ਹੈ, ਤੇ ਜਦੋਂ ਸ਼ਰਨ ਵਿੱਚ ਆ ਗਏ ਤੇ ਉਦੋਂ ਗੁਰੂ ਸਾਹਿਬ ਨੇ ਮਿੰਟਾਂ ਵਿੱਚ ਦੀ, ਭਾਵ ਉਸ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਦੇਵੀ ਗੁਣ, ਦੇਵਤੇ ਦਾ ਭਾਵ ਕੀ ਹੈਗਾ ਕਿ ਦੇਵੀ ਗੁਣ, ਉਸ ਚੰਗੇ ਗੁਣ ਜੋ ਪ੍ਰਮਾਤਮਾ ਦੇ ਗੁਣ ਹੈ, ਸਭ ਗੁਣ ਤੇਰੇ ਮੈਂ ਨਾਹੀਂ ਕੋਏ, ਜਿਹੜੇ ਉਹਦੇ ਗੁਣ ਆ ਉਹ ਪ੍ਰਮਾਤਮਾ, ਉਹ ਵਾਹਿਗੁਰੂ ਆਪਾਂ ਨੂੰ ਬਖਸ਼ਿਸ਼ ਕਰਦੇ ਨੇ। ਕਿੰਨਾ ਬਲਹਾਰੀ ਗੁਰ ਆਪਣੇ ਦਿਓਹਾੜੀ ਸਦਵਾਰ। ਸਤਿਗੁਰੂ ਜੀ ਕਹਿੰਦੇ ਇੱਕ ਦਿਨ ਵਿੱਚ ਮੈਂ ਵਾਰ-ਵਾਰ 100 ਵਾਰ ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, ਬਲਹਾਰ ਜਾਂਦਾ ਹਾਂ। ਜਿਸ ਗੁਰੂ ਨੇ ਮਨੁੱਖਾਂ ਨੂੰ ਤੋਂ ਦੇਵਤੇ ਬਣਾਉਂਦਿਆਂ ਕੋਈ ਦੇਰ ਨਹੀਂ ਲਾਈ। ਭਾਵ ਸਾਨੂੰ ਹੀ ਦੇਵਤੇ ਬਣਾਉਣਾ ਹੈ ਗੁਰੂ ਸਾਹਿਬ ਨੇ, ਹਨਾ, ਆਪਾਂ ਹੀ ਦੇਵਤੇ ਬਣਨਾ, ਸੋਹਣੇ ਗੁਣ ਗੁਰੂ ਤੋਂ ਪ੍ਰਾਪਤ ਕਰਕੇ, ਕਿਉਂਕਿ ਗੁਰੂ ਜੀ ਗੁਰੂ ਗੁਣਾਂ ਦਾ ਖਜ਼ਾਨਾ ਨੇ। ਤੇ ਨਾਲ ਅਸੀਂ ਅਰਦਾਸ ਬੇਨਤੀ ਜੋਦੜੀ ਕਰਨੀ ਆ, ਵਾਹਿਗੁਰੂ ਜੀ ਸਾਡੇ ਵਿੱਚ ਬਹੁਤ ਔਗਣ ਹੈ, ਸਾਨੂੰ ਗੁਣਾਂ ਦੀ ਬਖਸ਼ਿਸ਼ ਕਰੋ, ਸਾਡਾ ਜੀਵਨ ਸੋਹਣਾ ਬਣ ਜਾਵੇ, ਤੇ ਇਸ ਤਰ੍ਹਾਂ ਅਗਿਆਨਤਾ ਦਾ ਹਨੇਰਾ ਜਿਹੜਾ ਉਹ ਦੂਰ ਹੋਵੇਗਾ। ਇੱਕ ਹੈਂਡ ਰੇਜ ਹੋਇਆ ਜੀ, ਆਪਾਂ ਉਸ ਬੱਚੀ ਨੂੰ ਲੈਣੇ ਆ ਪਹਿਲਾਂ। ਜਸ਼ਨਦੀਪ ਕੌਰ, ਹਾਂਜੀ ਹਾਂਜੀ, ਵਾਹਿਗੁਰੂ ਜੀ ਬੋਲੋ ਬੇਟਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਮੈਮ ਹਾਂਜੀ ਤੁਸੀਂ ਕਿਹਾ ਵਾ ਕਿ ਗਿਆਨ ਸਿਰਫ ਗੁਰੂ ਤੋਂ ਲੈਣਾ, ਪਰ ਜਿਹੜੇ ਗੁਰੂ ਆ ਉਹ ਇੱਕ ਤਾਂ ਸੱਚਾ ਗੁਰੂ ਹੁੰਦਾ ਤੇ ਇੱਕ ਕੱਚਾ ਗੁਰੂ। ਤੇ ਜਿਹੜਾ ਸੱਚਾ ਗੁਰੂ ਆ ਉਹ ਹੁੰਦਾ ਜੋ ਸਦਾ ਸੱਚ, ਅਸਥਿਰ, ਅਕਾਲ ਪੁਰਖ ਨਾਲ ਜੁੜੇ, ਜਿਸ ਵਿੱਚ ਰਾਈ ਮਾਤਰ ਵੀ ਝੂਠ ਨਾ ਹੋਵੇ, ਉਹ ਸੱਚਾ ਗੁਰੂ ਆ। ਇਸ ਸੰਬੰਧੀ ਗੁਰੂ ਵਾਕ ਵੀ ਹੈਗਾ, ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮੁਕ ਸੱਚ ਅਲਾਏ। ਭਾਵ ਜਿਹਦੇ ਅੰਦਰ ਅਖਾਦ ਸੱਚ ਹੈ, ਸੱਚ ਮਤਲਬ ਉਹ ਬਿਲਕੁਲ ਝੂਠ ਨਹੀਂ ਬੋਲਦਾ ਤੇ ਉਹ ਸੱਚਾ ਨਾਮ ਹੀ ਜਪਦਾ ਹੈ, ਉਹ ਹੀ ਸੱਚਾ ਗੁਰੂ ਹੈ। ਉਹ ਹਰ ਮਾਰਗ ਆਪ ਚੱਲਦਾ, ਹੋਰਨਾਂ ਨੂੰ ਹਰ ਮਾਰਗ ਪਾਏ। ਉਹ ਆਪ ਵੀ ਉਹ ਆਪ ਵੀ ਪਰਮਾਤਮਾ ਵੱਲ ਜਾਂਦਾ ਹੈ, ਉਹ ਸੱਚੇ ਮਾਰਗ ਤੇ ਚੱਲਦਾ ਹੈ ਤੇ ਹੋਰ ਲੋਕਾਂ ਨੂੰ ਵੀ ਸੱਚੇ ਮਾਰਗ ਤੇ ਪਾਉਂਦਾ ਹੈ। ਤੇ ਸੱਚੇ ਗੁਰੂ ਬਾਰੇ ਇੱਕ ਹੋਰ ਪ੍ਰਮਾਣ ਵੀ ਹੈ, ਸੱਚਾ ਗੁਰੂ ਪ੍ਰਭੂ ਨਾਲ ਵਿਛੜਿਆਂ ਨੂੰ ਪ੍ਰਭੂ ਨਾਲ ਮਿਲਾ ਦਿੰਦਾ ਹੈ। ਵਿਛੜਿਆ ਮਿਲੇ ਗੁਰ ਪ੍ਰਭੂ ਨਾਨਕ ਕਰ ਸੰਜੋਗ। ਅਤੇ ਸੱਚਾ ਗੁਰੂ ਪਰਮਾਤਮਾ ਦੇ ਘਰ ਦਾ ਵਿਚੋਲਾ ਵੀ ਹੁੰਦਾ ਹੈ। ਵਿਛੜਿਆ ਮਿਲੇ ਪ੍ਰਭੂ ਹਰ ਦਰਗਹਿ ਕਾ ਵਸੀਲ। ਜਿਹੜੇ ਲੋਕ ਪ੍ਰਭੂ ਨਾਲ ਵਿਛੜ ਚੁੱਕੇ ਹਨ, ਉਹ ਪਰਮਾਤਮਾ ਦੇ ਦਰ ਤੇ ਇੱਕ ਗੁਰੂ ਹੈ ਜੋ ਸਾਨੂੰ ਪਰਮਾਤਮਾ ਦੇ ਦਰ ਤੱਕ ਪਹੁੰਚਾਉਂਦਾ ਹੈ। ਤੇ ਇੱਕ ਕੱਚਾ ਗੁਰੂ ਹੁੰਦਾ ਵਾ। ਕੱਚਾ ਗੁਰੂ ਉਹ ਹੁੰਦਾ ਜੋ ਇੱਕ ਪਖੰਡੀ ਹੁੰਦਾ, ਜੋ ਸਾਨੂੰ ਗੁਰੂ ਨਾਲ ਨਹੀਂ ਜੋੜਦਾ, ਸਗੋਂ ਆਪਣੇ ਆਪ ਦੇ ਨਾਲ ਜੋੜਦਾ ਤੇ ਨਾ ਉਹ ਆਪਣੀ ਪੂਜਾ ਕਰਾਉਂਦਾ ਵਾ, ਉਹ ਕੱਚਾ ਗੁਰੂ ਆ। ਅਤੇ ਕੱਚੇ ਗੁਰੂ ਤੋਂ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਹੋ ਸਕਦੀ। ਗੁਰਬਾਣੀ ਫਰਮਾਨਦੀ ਹੈ, ਕਾਚੇ ਗੁਰ ਤੇ ਮੁਕਤ ਨਾ ਹੋਆ। ਕਾਚੇ ਭਾਵ ਮਤਲਬ ਜਿਹੜੇ ਮੀਨਸ ਕੂੜੇ ਮਨੁੱਖ ਹੁੰਦੇ ਨੇ, ਕੂੜਾ ਗੁਰੂ ਆ ਜਿਹੜੇ, ਉਹ ਸਾਨੂੰ ਕਦੇ ਵੀ ਮਤਲਬ ਵਿਕਾਰਾਂ ਤੋਂ ਨਹੀਂ ਬਚਾਉਂਦੇ ਕਿ ਨਾ ਮੁਕਤ ਕਰਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਬੇਟੀ ਦਾ, ਤੇ ਇਸਨੇ ਸਾਨੂੰ ਅੱਜ ਦੇ ਸਮੇਂ ਤੋਂ ਜਾਣੂ ਕਰਵਾਇਆ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਕੱਚੇ ਗੁਰੂ ਬਹੁਤ ਬਣੇ ਬੈਠੇ ਆ ਨਾ, ਤੇ ਸਤਿਗੁਰਾਂ ਨੇ ਬਾਣੀ ਦੇ ਵਿੱਚ ਲਿਖ ਦਿੱਤਾ, ਕਾਚੇ ਗੁਰ ਤੇ ਮੁਕਤ ਨਾ ਹੋਆ। ਕੱਚੇ ਗੁਰੂ ਤੋਂ ਮੁਕਤੀ ਨਹੀਂ ਮਿਲਣੀ। ਮੁਕਤੀ ਦਾ ਭਾਵ ਸਾਨੂੰ ਜਿਹੜੇ ਸਾਡੇ ਬੰਧਨ ਪਏ ਹੋਏ ਆ ਵਹਿਮਾਂ ਭਰਮਾਂ ਦੇ, ਪਖੰਡ ਦੇ, ਕਰਮ ਕਾਂਡਾਂ ਦੇ, ਹਨਾ, ਸਾਡੇ ਦੁੱਖ ਬਣੇ ਹੋਏ ਆ, ਉਹ ਸਾਡੇ ਖਤਮ ਨਹੀਂ ਹੋਣੇ ਕੱਚੇ ਗੁਰੂਆਂ ਤੋਂ। ਤਾਂ ਸਾਨੂੰ ਸੱਚੇ ਗੁਰੂ ਦਾ ਫਿਰ ਇੱਕੋ ਹੀ ਗੁਰੂ ਹੈ ਸੱਚਾ, ਤਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਉਹ ਐਸਾ ਗੁਰੂ ਹੈ
ਪਰ ਉਸ ਗੁਰੂ ਤੱਕ ਪਹੁੰਚਣ ਦੇ ਲਈ ਇੱਕ ਹੋਰ ਗੁਰੂ ਸਾਹਿਬ ਨੇ ਹੀ ਆਪ ਹੀ ਬਖਸ਼ਿਸ਼ ਕੀਤੀ ਹੈ, ਕਿਹੜੀ ਕਿ ਸਤ ਸੰਗਤ। ਅਸੀਂ ਸਤ ਸੰਗਤ ਦੇ ਰਾਹੀਂ ਗੁਰੂ ਦੇ ਨਾਲ ਮਿਲਦੇ ਹਾਂ, ਕਿਉਂਕਿ ਜਿਹੋ ਜੀ ਸਾਡੀ ਸੰਗਤ ਹੁੰਦੀ ਹੈ, ਸਾਡਾ ਉਹੋ ਜਿਹਾ ਹੀ ਮੇਲ ਜੋਲ, ਉਹੋ ਜਿਹੀ ਅੱਗੇ ਸਾਡੇ ਵਿਚਾਰ ਬਣਦੇ ਆ। ਤੇ ਜੇ ਸਾਡੀ ਗੁਰਸਿੱਖਾਂ ਦੇ ਨਾਲ, ਆਪਾਂ ਤਾਂ ਹੀ ਅਰਦਾਸ ਵਿੱਚ ਬੇਨਤੀ ਕਰਦੇ ਆ ਨਾ, ਸਤਿਗੁਰ ਜੀਓ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ। ਤੇ ਜਦੋਂ ਉਹ ਪਿਆਰਿਆਂ ਦੇ ਨਾਲ ਮਿਲਦੇ ਆ ਤੇ ਉਹ ਪਿਆਰਿਆਂ ਦੇ ਕੋਲੇ ਤਾਂ ਫਿਰ ਪਿਆਰੇ ਦੀਆਂ ਗੱਲਾਂ ਹੀ ਹੁੰਦੀਆਂ, ਤੇ ਇਹ ਸੰਗਤ ਬਣ ਜਾਂਦੀ ਹੈ। ਸੰਗਤ ਦੇ ਵਿੱਚ ਨਾਲ ਹੀ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ, ਤੇ ਗੁਰੂ ਦੇ ਨਾਲ ਮਿਲਾਪ ਹੋਇਆਂ ਹੀ ਉਸ ਪ੍ਰਮਾਤਮਾ ਦੇ ਨਾਲ ਮਿਲਾਪ ਹੁੰਦਾ ਹੈ। ਤਾਂ ਹੀ ਸਤਿਗੁਰਾਂ ਨੇ ਕਿਹਾ ਵੀ ਕਾਚੇ ਗੁਰ ਤੇ ਮੁਕਤ ਨਾ ਹੁਆ, ਤੇ ਬਾਣੀ ਵੀ ਕੱਚੀ ਕਿਹਾ ਉਹਨਾਂ ਦੀ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ। ਭਾਵ ਸੱਚਾ ਗਿਆਨ ਤੇ ਸੱਚਾ ਗੁਰੂ ਇੱਕੋ ਹੀ ਹੈ। ਸਤਿਗੁਰੂ ਜੀ ਕਹਿੰਦੇ ਇੱਕਾ ਬਾਣੀ ਇੱਕ ਗੁਰੂ, ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ ਹਟ ਸੱਚ, ਰਤਨੀ ਭਰੇ ਭੰਡਾਰ। ਇਹ ਪਰਮਾਤਮਾ ਦਾ ਜਿਹੜਾ ਇੱਕ ਬਾਣੀ, ਇੱਕੋ ਹੀ ਬਾਣੀ ਹੈ ਨਾ, ਇੱਕਾ ਬਾਣੀ ਇੱਕ ਗੁਰੂ, ਇੱਕੋ ਸ਼ਬਦ ਵਿਚਾਰ, ਸੱਚਾ ਸੌਦਾ। ਇਹ ਸੱਚਾ ਸੌਦਾ ਹੈ, ਹੀਰੇ ਮੋਤੀ ਇਹਦੇ ਵਿੱਚ ਪਏ ਹੈ ਚੁਗਣ ਵਾਲੇ। ਰਤਨੀ ਭਰੇ ਭੰਡਾਰ, ਇਹ ਰਤਨਾਂ ਦੇ ਭੰਡਾਰੇ ਭਰੇ ਪਏ ਹੈ। ਪਰ ਸਾਡੀ ਕਾਂ ਵਿਰਤੀ ਹੈ ਹਨਾ, ਕਾਂ ਵਿਰਤੀ ਹੈ। ਕਾਂ ਨੂੰ ਕੀ ਦਿਖਦਾ ਹੁੰਦਾ? ਕਾਂ ਨੂੰ ਤੇ ਗੰਧ ਹੀ ਦਿਖਦਾ ਹੈ। ਪਰ ਜਿਹੜੇ ਹੰਸ ਹੁੰਦੇ ਆ ਉਹਨਾਂ ਨੂੰ ਹੀਰੇ ਮੋਤੀ, ਹੰਸ ਹੈ ਜਿਹੜੇ ਉਹ ਹੀਰੇ ਮੋਤੀ ਚੁਗਦੇ ਆ, ਤੇ ਸਤਿਗੁਰ ਜੀ ਹੰਸ ਬਣਾਉਂਦੇ ਆ। ਹੰਸ ਬਣਾਉਂਦੇ ਨਾ, ਸਾਡੀ ਕਾਂ ਬਿਰਤੀ ਮਿਟਾ ਦਿੰਦੇ ਆ ਤੇ ਹੰਸ ਬਿਰਤੀ ਬਣ ਜਾਂਦੀ ਹੈ। ਹੰਸ ਬਿਰਤੀ ਬਣ ਕੇ ਫਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੀਰੇ ਮੋਤੀ ਚੁਗਦੇ ਆ। ਹੀਰੇ ਮੋਤੀ ਭਾਵ ਗੁਣ ਗ੍ਰਹਿਣ ਕਰਦੇ ਆ, ਤੇ ਜਦੋਂ ਗੁਣ ਗ੍ਰਹਿਣ ਕਰਦੇ ਆ ਫਿਰ ਸਤਿਗੁਰਾਂ ਦੇ ਨਾਲ ਸਾਂਝ ਬਣਦੀ ਆ। ਸੋ ਸਤਿਗੁਰੂ ਜੀ ਕਹਿੰਦੇ ਭਾਵੇਂ ਜਿਵੇਂ ਆਸਾ ਦੀ ਵਾਰ ਦੇ ਵਿੱਚ ਹੀ ਹੁੰਦਾ ਨਾ, ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਭਾਵੇਂ 100 ਚੰਦਰਮਾ ਤੇ 1000 ਸੂਰਜ ਚੜ ਜਾਣ, ਇੰਨਾ ਚਾਨਣ ਹੋ ਜਾਵੇ, ਪਰ ਗੁਰੂ ਦੀ ਸਿੱਖਿਆ ਤੋਂ ਬਿਨਾਂ ਸਾਡੀ ਜ਼ਿੰਦਗੀ ਦੇ ਵਿੱਚ ਘੁੱਪ ਹਨੇਰਾ ਹੈ, ਘੋਰ ਅੰਧਾਰ। ਘੋਰ ਅੰਧਾਰ ਦਾ ਭਾਵ ਘੁੱਪ ਹਨੇਰਾ, ਮਨ ਦਾ ਚਾਨਣ, ਮਨ ਨੂੰ ਨਹੀਂ ਚਾਨਣ ਮਿਲਦਾ। ਇਹ ਅਗਿਆਨਤਾ ਦਾ ਹਨੇਰਾ। ਕਿਹੜਾ ਹਨੇਰਾ? ਅਗਿਆਨਤਾ ਦਾ, ਕਿ ਅਸੀਂ ਛੋਟੀਆਂ ਛੋਟੀਆਂ ਗੱਲਾਂ ਵਿੱਚ ਹੀ ਉਲਝ ਕੇ ਰਹਿ ਜਾਂਦੇ ਹਾਂ। ਕਿਹੜੀਆਂ ਵੀ, ਅੱਜ ਦਿਨ ਮਾੜਾ ਹੈ, ਅੱਜ ਦਿਨ ਆਹ ਦਿਨ ਹੈ, ਕਈ ਤੇ ਉੱਠਦੇ ਹੀ ਕਹਿਣ ਲੱਗ ਜਾਂਦੀ ਅੱਜ ਆਹ ਦਿਨ, ਅੱਜ ਆਪਾਂ ਆਹ ਕੰਮ ਨਹੀਂ ਕਰਨੇ, ਅੱਜ ਆਹ ਦਿਨ ਆਪਾਂ ਅੱਜ ਆਹ ਦਾਨ ਕਰਨਾ ਹੈ। ਕਈਆਂ ਦੇ ਤਾਂ ਅਸੀਂ ਦੇਖਿਆ ਕਿ ਲਿਖ ਕੇ ਲਾਇਆ ਹੁੰਦਾ ਵੀ ਵੀਰਵਾਰ ਨੂੰ ਆਪਾਂ ਪੀਲਾ ਦਾਨ ਕਰਨਾ ਹੈ, ਵੀ ਤੇ ਸ਼ਨੀਵਾਰ ਨੂੰ ਆਪਾਂ ਆਹ ਰੰਗ ਦਾ ਦਾਨ ਕਰਨਾ ਹੈ। ਏਦਾਂ ਲਿਖ ਕੇ ਲਾਇਆ ਹੁੰਦਾ ਦਿਨਾਂ ਦੇ ਹਿਸਾਬ ਦੇ ਨਾਲ, ਹਨਾ। ਉਹ ਕਿਉਂ? ਜੇ ਉੱਠਦੇ ਸਾਰ ਪਹਿਲਾਂ ਦਿਨ ਦੇਖਦੇ ਵੀ ਅੱਜ ਕੀ ਦਿਨ ਹੈ ਤੇ ਕੀ ਕਰਨਾ ਹੈ। ਨਹੀਂ, ਸਤਿਗੁਰੂ ਜੀ ਨੇ ਦਿਨ ਬਖਸ਼ਿਆ, ਸ਼ੁਕਰਾਨਾ ਕਰਨਾ। ਸਤਿਗੁਰੂ ਜੀ ਦੀ ਇਹ ਦਾਤ ਹੈ ਸਾਨੂੰ ਮਿਲੀ ਹੋਈ। ਜੇ ਆਪਾਂ ਦੇਖੋ ਉੱਠਦੇ ਸਾਰ ਵਾਹਿਗੁਰੂ ਦਾ ਸ਼ੁਕਰਾਨਾ ਕਰੀਏ, ਵਾਹਿਗੁਰੂ ਜੀ ਤੁਸੀਂ ਸਾਨੂੰ ਇਹ ਦਾਤ ਬਖਸ਼ੀ ਹੈ, ਤੁਸੀਂ ਸਾਨੂੰ ਇਹ ਦਾਤ ਬਖਸ਼ੀ ਹੈ, ਤੁਹਾਡਾ ਸ਼ੁਕਰ ਹੈ, ਹਨਾ। ਸ਼ੁਕਰਾਨੇ ਦੇ ਵਿੱਚ ਭਾਵ ਦਾਤਾਂ ਨੂੰ ਮਾਣਾਂਗੇ ਕਿਵੇਂ? ਜਦੋਂ ਅਸੀਂ ਉਹਦੇ ਸ਼ੁਕਰਾਨੇ ਵਿੱਚ ਜਾਵਾਂਗੇ। ਜੇ ਅਸੀਂ ਵਹਿਮਾਂ ਭਰਮਾਂ ਵਿੱਚ ਜਾਵਾਂਗੇ ਤਾਂ ਫਿਰ ਉੱਠਦੇ ਹੀ ਪਹਿਲਾਂ ਕਹਾਂਗੇ ਅੱਜ ਦਿਨ ਕੀ ਆ, ਹਾਏ ਅੱਜ ਵੀਰਵਾਰ ਹੈ, ਹਾਏ ਅੱਜ ਤੇ ਆਪਾਂ ਕੰਮ ਕਰਨਾ ਨਹੀਂ, ਅੱਜ ਤੇ ਆਪਾਂ ਆਹ ਦਾਨ ਕਰਨਾ ਹੈ ਜਾਂ ਆਹ ਕੁਛ ਕਰਨਾ ਹੈ। ਭਾਵ ਉਹ ਉੱਥੇ ਹੀ ਉਲਝ ਕੇ ਰਹਿ ਜਾਂਦੇ ਆ। ਆਨੰਦ ਹੈ ਜਿਹੜਾ ਸਾਨੂੰ ਆਉਂਦਾ ਹੀ ਨਹੀਂ। ਪਰ ਜ਼ਿੰਦਗੀ ਦੇ ਵਿੱਚ ਆਨੰਦ ਲੈਣ ਦੇ ਲਈ ਹਰ ਵੇਲੇ ਆਨੰਦ ਕਿਵੇਂ ਬਣਿਆ ਰਵੇ? ਇਹ ਕਿਵੇਂ ਹੋ ਸਕਦਾ ਹੈ ਕਿ ਹਰ ਵੇਲੇ ਆਨੰਦ ਬਣਿਆ ਰਵੇ? ਤਾਂ ਸਤਿਗੁਰੂ ਜੀ ਕਹਿੰਦੇ ਆਨੰਦ ਤਾਂ ਬਣਿਆ ਰਿਹਾ ਜਾ ਸਕਦਾ ਹੈਗਾ, ਪਰ ਆਨੰਦ ਦੇ ਨਾਲ ਜੁੜਨਾ ਪਵੇਗਾ। ਆਨੰਦ ਸਾਡੀ ਜ਼ਿੰਦਗੀ ਵਿੱਚ ਆਉਂਦਾ ਹੈ ਕਦੇ ਇੱਕ ਦਿਨ ਵਾਸਤੇ ਆਉਂਦਾ ਹੈ ਨਾ। ਜਦੋਂ ਕਿਤੇ ਵਿਆਹ ਸ਼ਾਦੀ ਚ ਹੁੰਦੇ ਉਦੋਂ ਤਾਂ ਕਹਿੰਦੇ ਆਨੰਦ ਬਣਿਆ ਹੋਇਆ ਨਾ, ਅੱਜ ਸਾਰਾ ਦਿਨ ਪਤਾ ਹੀ ਨਹੀਂ ਲੱਗਿਆ ਕਿਵੇਂ ਨਿਕਲ ਗਿਆ, ਹਨਾ। ਏਦਾਂ ਹੁੰਦਾ ਨਾ। ਜਾਂ ਜਦੋਂ ਕੋਈ ਆਪਣੇ ਫਰੈਂਡ ਦੇ ਨਾਲ, ਤੁਸੀਂ ਦੋਸਤਾਂ ਦੇ ਨਾਲ, ਸਹੇਲੀਆਂ ਦੇ ਨਾਲ ਬੈਠੇ ਆ ਤੇ ਸਾਰਾ ਦਿਨ ਪਤਾ ਹੀ ਨਹੀਂ ਲੱਗਿਆ ਕਿਵੇਂ ਨਿਕਲ ਗਿਆ। ਕਹਿੰਦੇ ਅੱਜ ਤਾਂ ਬੜਾ ਆਨੰਦ ਆਇਆ, ਸਾਰਿਆਂ ਨੇ ਮਿਲ ਕੇ ਆਪਾਂ ਸੰਗਤ ਕੀਤੀ ਜਾਂ ਏਦਾਂ ਕੀਤਾ ਤਾਂ ਬੜਾ ਆਨੰਦ ਆਇਆ। ਪਰ ਇਹ ਆਨੰਦ ਹੈ ਜਿਹੜਾ ਉਹ ਕਦੇ ਕਦੇ ਹੁੰਦਾ ਹੈ, ਕਦੇ ਕਦੇ ਉੱਠਦਿਆਂ, ਸਵੇਰੋਂ ਉੱਠਦਿਆਂ ਬਣ ਜਾਂਦਾ, ਕਦੇ ਕਦੇ ਨਹੀਂ ਬਣਦਾ, ਸਾਰਾ ਦਿਨ ਲੰਘ ਜਾਂਦਾ ਨਾ। ਪਰ ਇਹ ਬਣਿਆ ਕਿਵੇਂ ਰਵੇ? ਤਾਂ ਸਤਿਗੁਰੂ ਜੀ ਕਹਿੰਦੇ ਸਾਡੀ ਹਜੇ ਨਾ ਭਗਤੀ ਕੱਚੀ ਹੈ, ਥੋੜੀ ਜਿਹੀ ਸਾਡੀ ਭਗਤੀ ਕੱਚੀ ਹੈ, ਪੂਰੇ ਭਗਤ ਨਹੀਂ ਬਣੇ, ਹਾਲੇ ਸਾਡੇ ਵਿੱਚ ਭਗਤੀ ਵਾਲੇ ਗੁਣ ਨਹੀਂ ਆਏ। ਜਿਵੇਂ
ਦਿਨ ਵਿੱਚ ਘੱਟ ਤੋਂ ਘੱਟ 3 ਵਾਰ 4 ਵਾਰ ਜਾਂ 5-6 ਘੰਟੇ ਮਗਰੋਂ ਪੇਟ ਦੀ ਭੁੱਖ ਲੱਗਦੀ ਹੈ ਨਾ, ਪੇਟ ਦੀ ਭੁੱਖ ਲੱਗਦੀ ਹੈ ਤੇ ਆਪਾਂ ਰੋਟੀ ਵੱਲ ਭੱਜਦੇ ਹਾਂ। ਰੋਟੀ ਵੱਲ ਭੱਜਦੇ ਆ ਤੇ ਫਿਰ ਆਪਾਂ ਨੂੰ ਰੱਜ ਆ ਜਾਂਦਾ ਹੈ। ਰੱਜ ਆ ਜਾਂਦਾ ਨਾ 4-5 ਘੰਟਿਆਂ ਬਾਅਦ ਫਿਰ ਸਾਨੂੰ ਭੁੱਖ ਲੱਗਦੀ ਹੈ, ਫਿਰ ਅਸੀਂ ਕੁਛ ਨਾ ਕੁਛ ਖਾਂਦੇ ਹਾਂ, ਮੂੰਹ ਦੇ ਵਿੱਚ ਪਾਉਂਦੇ ਹਾਂ, ਫਿਰ ਸਾਡੀ ਭੁੱਖ ਮਿਟਦੀ ਹੈ ਨਾ। ਇਸੇ ਤਰ੍ਹਾਂ ਭਗਤੀ ਦੀ ਭੁੱਖ ਜਾਗਦੀ ਹੈ। ਭਗਤੀ ਦੀ ਭੁੱਖ, ਇਹ ਭੁੱਖ ਹਰ ਘੰਟੇ ਨਹੀਂ, ਹਰ ਮਿੰਟ ਨਹੀਂ, ਹਰ ਪਲ ਨਹੀਂ, ਕਦੇ-ਕਦੇ ਲੱਗਦੀ ਹੈ ਤੇ ਕਦੇ-ਕਦੇ ਹੀ ਆਨੰਦ ਬਣਦਾ ਹੈ। ਜਦੋਂ ਇਹ ਭੁੱਖ ਸਾਰਾ ਦਿਨ ਲੱਗਣ ਲੱਗ ਪਈ, ਭਾਵ ਟੁੱਟਣ ਨੂੰ ਜੀ ਨਾ ਕੀਤਾ, ਜਿਵੇਂ ਭਗਤ ਜੀ ਕਹਿੰਦੇ ਆ ਨਾ ਆਪਣੀ ਬਾਣੀ ਵਿੱਚ, ਕਹਿੰਦੇ ਜਦੋਂ ਮੈਂ ਨਲਕੀ ਤੁਸੀਂ ਸਾਰੇ ਸਹਿਜ ਪਾਠ ਕਰਨ ਵਾਲੇ ਬੱਚੇ ਹੋ, ਬੜੇ ਸਿਆਣੇ ਬੀਬੇ ਬੱਚੇ ਹੋ, ਤਾਂ ਭਗਤ ਜੀ ਕਹਿੰਦੇ ਨਾ ਜਦੋਂ ਆਪਣੀ ਬਾਣੀ ਦੇ ਵਿੱਚ ਕਹਿੰਦੇ ਵੀ ਜਦੋਂ ਮੈਂ ਇਸ ਤਰ੍ਹਾਂ ਉਹ ਨਲਕੀ ਵਗਾਉਣਾ ਤੇ ਧਾਗਾ ਟੁੱਟ ਜਾਂਦਾ ਤੇ ਉਸ ਧਾਗੇ ਨੂੰ ਜੋੜਨ ਦਾ ਸਮਾਂ ਹੁੰਦਾ ਤੇ ਮੇਰਾ ਧਿਆਨ ਧਾਗੇ ਨੂੰ ਜੋੜਨ ਦੇ ਸਮੇਂ ਵਿੱਚ ਲੰਘ ਜਾਂਦਾ ਤੇ ਮੈਨੂੰ ਓਨਾ ਕੁ ਸਮਾਂ ਹੀ ਔਖਾ ਲੱਗਦਾ ਕਿ ਮੈਂ ਉਸ ਵਾਹਿਗੁਰੂ ਨਾਲੋਂ ਟੁੱਟ ਗਿਆ। ਤਾਂ ਇਸੇ ਤਰ੍ਹਾਂ ਅਸੀਂ ਯਾਦ ਇੰਨਾ ਕੁ ਕਰਦੇ ਹਾਂ, ਤਾਂ ਕਰਕੇ ਜਿਹੜਾ ਸਾਡਾ ਇਹ ਆਨੰਦ ਹੈ ਹਰ ਪਲ ਹਰ ਸਮੇਂ ਨਹੀਂ ਬਣਿਆ ਰਹਿੰਦਾ। ਇਸ ਕਰਕੇ ਸਾਡਾ ਜਿਹੜੀ ਭਗਤੀ ਦੀ ਭੁੱਖ ਲਾਣੀ ਪਵੇਗੀ। ਭਗਤੀ ਦੀ ਭੁੱਖ ਪੁਰਾਤਨ ਗੁਰਸਿੱਖਾਂ ਦੇ ਨਿਤਨੇਮ ਦੇ ਵਿੱਚ ਇਹ ਆਸਾ ਦੀ ਵਾਰ ਦੇ ਸ਼ਾਮਲ, ਜਿਹਦੇ ਵਿੱਚ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਗੱਲਾਂ, ਜ਼ਿੰਦਗੀ ਦੇ ਵਿੱਚ ਜਿਹੜੀਆਂ ਜ਼ਿਆਦਾਤਰ ਆਪਣੇ ਕਾਰਜਾਂ ਦੇ ਸੰਬੰਧੀ, ਆਪਣੇ ਰਹਿਣ ਸਹਿਣ ਦੇ ਸੰਬੰਧੀ, ਇਸ ਤਰ੍ਹਾਂ ਦੇ ਸੰਬੰਧੀ ਜਿਹੜੀਆਂ ਸਾਨੂੰ ਅਗਵਾਈ ਕਰਦੇ ਗੁਰੂ ਸਾਹਿਬ ਆਸਾ ਦੀ ਵਾਰ ਰਾਹੀਂ। ਤਾਂ ਆਪਾਂ ਆਸਾ ਦੀ ਵਾਰ ਦੇ ਅੱਜ 2 ਸ਼ਲੋਕ ਹੈ ਜਿਹੜੇ ਵਿਚਾਰ ਕੀਤੇ ਆ। ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਇਹਨਾਂ ਦੀ ਵਿਚਾਰ ਤੁਸੀਂ ਆਪਣੇ ਆਪ ਵੀ ਮਨ ਵਿੱਚ ਕਰਨੀ, ਪਰਿਵਾਰ ਵਿੱਚ ਕਰਨੀ, ਤਾਂ ਕਿ ਹੌਲੀ ਹੌਲੀ ਸਾਨੂੰ ਵਿਚਾਰ ਕਰਨ ਦੀ ਵੀ ਆਦਤ ਪੈ ਜਾਵੇ ਤੇ ਨਾਲ ਅਸੀਂ ਗੁਰੂ ਦੀ ਨਾਲ ਜੁੜ ਕੇ ਉਹ ਆਨੰਦ ਨੂੰ ਵੀ ਮਾਣ ਸਕੀਏ। ਕਿਉਂਕਿ ਆਨੰਦ ਗੁਰੂ ਦੇ ਨਾਲ ਮਿਲ ਕੇ ਜੁੜ ਕੇ ਹੀ ਆਉਂਦਾ ਹੈ। ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਿਹੜਾ ਅਸੀਂ ਪਲ ਦੋ ਪਲ ਦਾ ਕੋਈ ਹੋਰ ਬਾਹਰੀ ਖੁਸ਼ੀ ਵਿੱਚ ਰੁੱਝ ਕੇ ਕਹਿੰਦੇ ਆ ਵੀ ਆਨੰਦ ਆ ਗਿਆ, ਕਈ ਖਾਣਾ ਖਾ ਕੇ ਕਹਿ ਦਿੰਦੇ ਆਨੰਦ ਆ ਗਿਆ, ਕਈ ਕੋਈ ਚੀਜ਼ ਕੋਈ ਗੁਰੂ ਦੀ ਇਸ ਤਰ੍ਹਾਂ ਦੀ ਕੋਈ ਬਣਾਈ ਕੁਛ ਵੀ ਉਹ ਦੇਖ ਕੇ ਕਹਿ ਦਿੰਦੇ ਆਨੰਦ ਆ ਗਿਆ, ਪਰ ਉਹ ਆਨੰਦ ਇੱਕ ਪਰਛਾਵਾਂ ਹੈ। ਜਿਹੜਾ ਸੱਚਾ ਆਨੰਦ ਹੈ ਉਹ ਗੁਰੂ ਨਾਲ ਜੁੜ ਕੇ ਸੱਚਾ ਆਨੰਦ ਤੇ ਉਹੀ ਹੈ ਜਿਹੜਾ ਇੱਕ ਵਾਰੀ ਬਣ ਗਿਆ ਤੇ ਟੁੱਟੇ ਹੀ ਨਾ। ਅਸੀਂ ਉਸ ਤੱਕ ਪਹੁੰਚਣਾ ਹੈ। ਗੁਰੂ ਸਾਡੇ ਤੇ ਸਾਰਿਆਂ ਤੇ ਮਿਹਰ ਕਰਨ, ਕਿਰਪਾ ਕਰਨ, ਇਸੇ ਤਰ੍ਹਾਂ ਵੱਲ ਉਦਮ ਬਖਸ਼ਣ ਤੇ ਆਪਾਂ ਜੁੜਦੇ ਰਹੀਏ। ਤੇ ਹੁਣ ਆਪਾਂ ਬੇਟਾ ਜੀ ਅੱਗੇ ਵੀ ਤੁਸੀਂ ਆਪਣੀ ਕਲਾਸ ਵਾਲਿਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਤੇ ਹੋਰ ਨੂੰ ਵੀ ਸਭ ਨੂੰ ਦੱਸ ਸਕਦੇ ਆ ਕਿ ਅਸੀਂ ਕਲਾਸ ਲਾਉਂਦੇ ਆ। ਆਪਾਂ ਵੱਧ ਤੋਂ ਵੱਧ ਹੈ ਜਿਹੜੇ ਇਸ ਲਾਹਾ ਲਈਏ ਜ਼ੂਮ ਕਲਾਸ ਦਾ ਲੋਕਡਾਊਨ ਦੇ ਦੌਰਾਨ, ਹਨਾ, ਕਿ YouTube ਦੇ ਵਿੱਚ ਉੱਤੇ ਵੀ ਅਸੀਂ ਇਹ ਚਲਾਵਾਂਗੇ, ਸਾਰਾ ਪ੍ਰੋਗਰਾਮ ਚੱਲੂਗਾ ਆਪਣਾ। ਤੇ ਇਸ ਜਿਹੜਾ ਚੈਨਲ ਹੈ ਉਸ ਨੂੰ ਸਬਸਕ੍ਰਾਈਬ ਵੀ ਕਰੋ ਜੀ, ਜਿੰਨੇ ਕੁ ਬੱਚੇ ਹੈਗੇ ਆਪਾਂ, ਤੇ ਹੋਰ ਅੱਗੇ ਸ਼ੇਅਰ ਕਰ ਸਕਦੇ ਹੋ, ਹੋਰ ਅੱਗੇ ਦੱਸੋ ਕਿ ਅਸੀਂ ਸਾਰੇ ਕਲਾਸ ਦੇ ਵਿੱਚ ਜੁੜ ਕੇ ਬਾਣੀ ਦਾ ਆਨੰਦ ਲਈਏ ਤੇ ਨਾਲ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ। ਕਿਉਂਕਿ ਬੇਟਾ ਜੀ ਇੱਕੋ ਜੀਵਨ ਦੀ ਘਾੜਤ, ਇੱਥੇ ਹੀ ਸਾਡਾ ਜੀਵਨ ਸੋਹਣਾ ਬਣਨਾ ਹੈ। ਜਿਹੜੀ ਦੁਨੀਆ ਦੂਜੇ ਪਾਸੇ ਸੋਹਣੇ ਬਣਨ ਲਈ ਤੁਰ ਪਈ ਨਾ, ਉਹ ਤਾਂ ਖੁਆਰੀ ਹੈ, ਉਹ ਤਾਂ ਖੁਆਰ ਬਿਸਰਤ ਸਦਾ ਖੁਆਰੀ। ਪਰਮਾਤਮਾ ਨੂੰ ਭੁੱਲ ਕੇ ਤਾਂ ਖੁਆਰ ਹੋਣਾ ਹੈ, ਕਿਸੇ ਬਿਊਟੀ ਪਾਰਲਰਾਂ ਉੱਤੇ ਸੋਹਣੇ ਬਣਨ ਜਾਣਾ, ਤੇ ਇਹ ਤਾਂ ਖੁਆਰੀ ਵਾਲਾ ਰਸਤਾ ਹੈ। ਆਪਾਂ ਇੱਥੇ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ ਹੈ। ਸੋ ਤੁਹਾਡਾ, ਤੁਹਾਡੇ ਮੰਮੀ ਪਾਪਾ ਦਾ, ਸਾਰੇ ਪਰਿਵਾਰ ਦਾ ਪੂਰਾ ਧੰਨਵਾਦ ਜੇ ਤੁਸੀਂ ਏਦਾਂ ਹੀ ਜੁੜੇ ਰਹਿਣਾ ਜੀ। ਤੇ ਹੁਣ ਆਪਣਾ ਸਮਾਂ ਹੋ ਗਿਆ ਜੀ। ਹਾਂਜੀ, 1-2 ਬੇਨਤੀ ਹੈ ਅਨਾਉਂਸਮੈਂਟ। ਜੀ, ਬੱਚਿਆਂ ਨੂੰ ਕੋਈ ਬੱਚਾ ਹੋਰ ਬੋਲਣਾ ਚਾਹੁੰਦਾ ਆਪਣਾ ਹੈਂਡ ਰੇਜ਼ ਕਰ ਸਕਦਾ। ਇਹ ਸਮਾਪਤੀ ਕਰਨੀ ਹੈ। ਕੱਲ ਤੋਂ ਸਾਰੇ ਬੱਚੇ ਸਮੇਂ ਦੇ ਅਨੁਸਾਰ ਪਹੁੰਚਿਆ ਕਰਨ। ਅੱਜ ਆਪਣੀ ਤਿਆਰੀ ਕਰਕੇ ਆਉਣਾ ਜੀ। ਕਵਿਤਾ ਕਿ ਮਿਸਰੀ ਕੁਝ ਵੀ ਬੱਚਾ ਕੁਝ ਚਾਹੁੰਦਾ ਤਾਂ ਤੁਸੀਂ ਅੱਜ ਬੋਲਣਾ ਚਾਹੁੰਦਾ ਅੱਜ ਹੈਂਡ ਰੇਜ਼ ਕਰ ਸਕਦੇ ਹੋ। ਹਾਲੇ ਆਪਾਂ ਥੋੜਾ ਹੈਗਾ, ਨਹੀਂ ਕੱਲ ਤੋਂ ਸਾਰੇ ਬੱਚੇ ਤਿਆਰ ਕਰਕੇ ਆਓ। ਪ੍ਰਭਜੋਤ ਕੌਰ ਬੇਟੀ ਆਪਣੇ ਨਾਲ ਵਿਚਾਰ ਕਰੇਗੀ ਜੀ। ਵੀਡੀਓ ਆਪਣੀ ਔਨ ਕਰੋ ਜੀ।
हाँ जी प्रभजोत कौर जी। वाहिगुरु जी। हाँ बोलो बेटा जी। वाहिगुरु जी वाहिगुरु जी। खालसा वाहिगुरु जी हाँ की जी। फतेह जी। हाँ जी आवाज आ रही है, बोलो जी। वाहिगुरु जी का खालसा वाहिगुरु जी की फतेह जी। हाँ जी बोलो। हाँ जी ਅੱਜ ਮੈਂ ਹਾਂਜੀ ਕੁਝ ਕੁ ਵਿਚਾਰ ਸਾਂਝੇ ਕਰਨਾ ਚਾਹੁੰਦੀ ਹਾਂ ਕਿ ਅਸੀਂ ਜਦੋਂ ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਨੂੰ ਮੰਨਦੇ ਹਾਂ ਤਾਂ ਉਹਦੇ ਪਿੱਛੇ ਦੋ ਕਾਰਨ ਹੁੰਦੇ ਆ ਕਿ ਜਾਂ ਤਾਂ ਅਸੀਂ ਡਰ ਦੇ ਮਾਰੇ ਕਿਸੇ ਨੂੰ ਮੰਨਦੇ ਹਾਂ ਤੇ ਜਾਂ ਅਸੀਂ ਲਾਲਚ ਵਸ ਹੋ ਕੇ ਮੰਨਦੇ ਹਾਂ ਕਿ ਜੋ ਮੇਰੇ ਕੋਲ ਹੈ ਇਹ ਕਿਤੇ ਮੇਰੇ ਤੋਂ ਦੂਰ ਨਾ ਹੋ ਜਾਵੇ। ਇਹੀ ਦੋ ਕਾਰਨ ਨੇ ਕਿਸੇ ਇੱਕ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਨੂੰ ਮੰਨਣ ਦੇ। ਪਰ ਗੁਰਬਾਣੀ ਨੇ ਸਾਨੂੰ ਇੱਕ ਅਕਾਲ ਪੁਰਖ ਪਰਮਾਤਮਾ ਤੋਂ ਬਗੈਰ ਕਿਸੇ ਹੋਰ ਦੂਜੇ ਦੇਵੀ ਦੇਵਤੇ ਨੂੰ ਮੰਨਣਾ ਜਾਂ ਉਸ ਦੀ ਪੂਜਾ ਕਰਨਾ, ਇਹਨਾਂ ਦਾ ਗੁਰਬਾਣੀ ਨੇ ਖੰਡਨ ਕੀਤਾ ਹੈ। ਜਦੋਂ ਮਨੁੱਖ ਲਾਲਚ ਵਸ ਹੋ ਕੇ ਕਿਸੇ ਦੂਜੇ ਦੀ ਪੂਜਾ ਕਰਦਾ ਹੈ, ਕਿਤੋਂ ਕੁਝ ਮੰਗਦਾ ਹੈ, ਤਾਂ ਗੁਰੂ ਸਾਹਿਬ ਜੀ ਸਾਨੂੰ ਉੱਥੇ ਉਪਦੇਸ਼ ਦਿੰਦੇ ਨੇ। ਜਪਜੀ ਸਾਹਿਬ ਦੇ ਵਿੱਚ ਅਸੀਂ ਰੋਜ਼ਾਨਾ ਪੜ੍ਹਦੇ ਹਾਂ ਕਿ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ, ਕਿ ਸਾਰੇ ਜੀਵਾਂ ਦਾ ਦਾਤਾ ਇੱਕ ਅਕਾਲ ਪੁਰਖ ਪਰਮਾਤਮਾ ਹੀ ਹੈ, ਉਹ ਮੇਰੇ ਮਨ ਦੇ ਵਿੱਚੋਂ ਵਿਸਰ ਨਾ ਜਾਵੇ। ਜੇ ਆਪਾਂ ਗੁਰਬਾਣੀ 'ਚ ਪੜ੍ਹਦੇ ਹਾਂ ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਕਿ ਦੇਣ ਵਾਲਾ ਇੱਕ ਪਰਮਾਤਮਾ ਹੀ ਹੈ, ਉਸ ਤੋਂ ਬਿਨਾਂ ਹੋਰ ਕੋਈ ਵੀ ਸਾਨੂੰ ਕੁਝ ਵੀ ਦੇ ਨਹੀਂ ਸਕਦਾ। ਤਾਂ ਫਿਰ ਅਸੀਂ ਇੱਕ ਪਰਮਾਤਮਾ ਤੋਂ ਬਗੈਰ ਹੋਰ ਦੂਜੇ ਦੀ ਸੇਵਾ, ਹੋਰ ਦੂਜੇ ਨੂੰ ਮੰਨੀਏ ਕਿਉਂ? ਤਾਂ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਇੱਕ ਸਵਾਲ ਦੇ ਰੂਪ ਵਿੱਚ ਪੁੱਛਦੇ ਨੇ ਕਿ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੋ ਕਿਆ ਦੇ, ਕਿ ਅਸੀਂ ਦੇਵੀ ਦੇਵਤਿਆਂ ਨੂੰ ਮੰਨਦੇ ਹਾਂ, ਉਹਨਾਂ ਨੂੰ ਪੂਜਦੇ ਹਾਂ, ਮਨੌਤ ਕਰਦੇ ਹਾਂ ਉਹਨਾਂ ਦੀ, ਅਸੀਂ ਉਹਨਾਂ ਤੋਂ ਕੀ ਮੰਗਦੇ ਹਾਂ ਤੇ ਉਹ ਕੀ ਸਾਨੂੰ ਜਿਹੜਾ ਕੁਛ ਅਸੀਂ ਮੰਗਦੇ ਹਾਂ ਉਹ ਸਾਨੂੰ ਦੇ ਦਿੰਦੇ ਨੇ। ਕਿਉਂਕਿ ਆਪਾਂ ਨੂੰ ਇੱਕ ਜਿਹਦੀ ਆਪਾਂ ਇੱਕ ਪਰਮਾਤਮਾ ਤੋਂ ਬਗੈਰ ਕਿਸੇ ਦੂਜੇ ਦੀ ਪੂਜਾ ਕਰਦੇ ਹਾਂ ਜਾਂ ਕਿਸੇ ਪੱਥਰ ਦੇ ਅੱਗੇ ਜਾ ਕੇ ਮੰਗਦੇ ਹਾਂ, ਪੱਥਰ ਨੂੰ ਭਗਵਾਨ ਸਮਝਦੇ ਹਾਂ, ਪੱਥਰ ਤਾਂ ਸਾਨੂੰ ਕੁਝ ਵੀ ਨਹੀਂ ਦੇ ਸਕਦਾ। ਤਾਂ ਇੱਥੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ ਹੈ ਕਿ ਜਿਹੜਾ ਕੋਈ ਇੱਕ ਨੂੰ ਛੱਡ ਕੇ ਕਿਸੇ ਦੂਜੇ ਪਾਸੋਂ ਮੰਗਦਾ ਹੈ ਤਾਂ ਉਸਨੂੰ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਹੈ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ ਧਿਆਈ ਹੈ, ਹਰ ਇੱਕੋ ਦਾਤਾ ਮੰਗੀ ਹੈ, ਮਨ ਚਿੰਦਿਆ ਪਾਈ ਹੈ, ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈ ਹੈ। ਵੀ ਜੇ ਅਸੀਂ ਦੂਜੇ ਤੋਂ ਇੱਕ ਅਕਾਲ ਪੁਰਖ ਪਰਮਾਤਮਾ ਨੂੰ ਛੱਡ ਕੇ ਕਿਸੇ ਦੂਜੇ ਤੋਂ ਮੰਗਦੇ ਹਾਂ ਤਾਂ ਸਾਨੂੰ ਸ਼ਰਮ ਦੇ ਨਾਲ ਮਰ ਜਾਣਾ ਚਾਹੀਦਾ ਹੈ। ਸੋ ਲੋੜ ਹੈ ਕਿ ਅੱਜ ਅਸੀਂ ਇੱਕ ਅਕਾਲ ਪੁਰਖ ਪਰਮਾਤਮਾ ਜੀ ਨੂੰ ਆਪਣੇ ਅੰਗ ਸੰਗ ਸਮਝੀਏ, ਇੱਕ ਪਰਮਾਤਮਾ ਜੀ ਤੋਂ ਹੀ ਮੰਗੀਏ, ਕਿਉਂਕਿ ਜੋ ਸਾਨੂੰ ਦੇਣ ਵਾਲਾ ਹੈ ਉਹ ਸਿਰਫ ਇੱਕ ਅਕਾਲ ਪੁਰਖ ਪਰਮਾਤਮਾ ਹੈ, ਜਿਸ ਦਾ ਹੁਕਮ ਸਾਰੀ ਸ੍ਰਿਸ਼ਟੀ ਦੇ ਉੱਪਰ ਚੱਲਦਾ ਹੈ। ਤਾਂ ਅਸੀਂ ਹਰ ਇੱਕ ਸੈ ਦਾ ਹੈ ਅਮਰ, ਇੱਕੋ ਹਰ ਚਿੱਤ ਧਰ, ਹਰ ਤਿਸ ਬਿਨ ਕੋਈ ਨਾਹੀਂ, ਡਰ ਭ੍ਰਮ ਭਉ ਦੂਰ ਕਰ। ਸਾਨੂੰ ਸਾਰੇ ਇਹ ਭਰਮ ਭੁਲੇਖੇ ਛੱਡ ਕੇ ਇੱਕ ਅਕਾਲ ਪੁਰਖ ਨੂੰ ਮੰਨਣਾ ਚਾਹੀਦਾ ਹੈ। ਉਸ ਦੇ ਜੋ ਸਾਨੂੰ ਗੁਰੂ ਸਾਹਿਬ ਜੀ ਕਹਿੰਦੇ ਹਨ ਉਸ ਅਕੋਰਡਿੰਗ ਚੱਲਣਾ ਚਾਹੀਦਾ ਹੈ, ਕਿਉਂਕਿ ਇੱਥੇ ਇੱਕ ਦਾ ਹੁਕਮ ਚੱਲ ਰਿਹਾ ਹੈ, ਉਹੀ ਇੱਕ ਪਰਮਾਤਮਾ ਸਾਨੂੰ ਦੇ ਰਿਹਾ ਹੈ। ਸੋ ਅਸੀਂ ਉੱਥੋਂ ਇੱਕ ਦੇ ਰਸਤੇ ਤੋਂ ਭਟਕ ਕੇ ਦੁਵਿਧਾ ਦੇ ਵਿੱਚ ਪੈ ਕੇ ਦੂਜਿਆਂ ਨੂੰ ਨਾ ਮੰਗੀਏ, ਦੂਜਿਆਂ ਤੋਂ ਨਾ ਮੰਗੀਏ, ਇੱਕ ਅਕਾਲ ਪੁਰਖ ਦੀ ਹੀ ਸੇਵਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ।